ਜਦੋਂ ਵੀ ਤੁਹਾਡਾ ਦਿਲ ਦੁਖੀ ਹੋਵੇ, ਮਨ ਪਰੇਸ਼ਾਨ ਹੋਵੇ, ਉਦੋਂ ਇਹ ਕਹਾਣੀ ਸੁਣ ਲਿਓ, ਤੁਹਾਨੂੰ ਬਹੁਤ ਜ਼ਿਆਦਾ ਸਕੂਨ ਮਿਲੇਗਾ। ਇਹ ਕਹਾਣੀ ਬਹੁਤ ਪੁਰਾਣੇ ਸਮੇਂ ਦੀ ਆ। ਮੁਲਕੇ ਸ਼ਾਮ ਦੇ ਵਿੱਚ ਇੱਕ ਕਾਲੀਨ ਦਾ ਸੌਦਾਗਰ ਰਹਿੰਦਾ ਸੀ, ਜਿਹੜਾ ਕਿ ਇੱਕ ਬਹੁਤ ਵੱਡੀ ਹਵੇਲੀ ਦੇ ਵਿੱਚ ਆਪਣੀਆਂ 7 ਜਵਾਨ ਲੜਕੀਆਂ ਦੇ ਨਾਲ ਰਹਿੰਦਾ ਸੀ। ਉਹਦੇ ਘਰ ਕੋਈ ਲੜਕਾ ਨਹੀਂ ਸੀ, ਨਾ ਹੀ ਉਹਦੀ ਘਰਵਾਲੀ ਜਿੰਦਾ ਸੀ। ਉਹ ਆਪਣੀਆਂ 7 ਕੁੜੀਆਂ ਦੇ ਨਾਲ ਮੁਲਕੇ ਸ਼ਾਮ ਦੇ ਵਿੱਚ ਇੱਕ ਹਵੇਲੀ ਵਿੱਚ ਰਿਹਾ ਕਰਦਾ ਸੀ। ਉਹਨਾਂ ਦਾ ਇੱਕ ਹੋਰ ਸਾਥੀ ਸੀ, ਜੋ ਸੀ ਇੱਕ ਕੁੱਤਾ, ਜਿਹਦਾ ਨਾਮ ਸੀ ਜਨਾਦਾ। ਜਨਾਦਾ ਵੀ ਉਹਨਾਂ ਦੇ ਨਾਲ ਬੜੇ ਪ੍ਰੇਮ ਪਿਆਰ ਤੇ ਘੁਲ ਮਿਲ ਕੇ ਰਿਹਾ ਕਰਦਾ ਸੀ। ਇਸੇ ਤਰ੍ਹਾਂ ਹੀ ਉਹਨਾਂ ਦੀ ਜ਼ਿੰਦਗੀ ਗੁਜ਼ਰ ਰਹੀ ਸੀ। ਉਹ ਸੌਦਾਗਰ ਹੁਣ ਬਿਰਧ ਹੋ ਚੁੱਕਾ ਸੀ, ਉਹਦੀ ਕਾਫੀ ਉਮਰ ਹੋ ਚੁੱਕੀ ਸੀ। ਸਿਰ ਦੇ ਵਾਲ ਤੇ ਦਾੜੀ ਦੇ ਵਾਲ ਵੀ ਸਫੇਦ ਹੋ ਚੁੱਕੇ ਸੀ। ਉਹਨਾਂ ਨੇ ਜਿਹੜਾ ਕੁੱਤਾ ਜਨਾਦਾ ਰੱਖਿਆ ਹੋਇਆ ਸੀ, ਉਹ ਉਸ ਸੌਦਾਗਰ ਦੀ ਸਭ ਤੋਂ ਛੋਟੀ ਲੜਕੀ ਆਇਸ਼ਾ ਦੇ ਨਾਲ ਬੜਾ ਘੁਲ ਮਿਲ ਕੇ ਰਹਿੰਦਾ ਸੀ। ਆਇਸ਼ਾ ਨੇ ਹੀ ਉਹਨੂੰ ਬਚਪਨ ਵਿੱਚ ਪਾਲਿਆ ਸੀ, ਉਹੀ ਉਹਨੂੰ ਰੋਟੀ ਪਾਣੀ ਦਿੰਦੀ ਸੀ ਤੇ ਉਹ ਕੁੱਤਾ ਵੀ ਉਹਦੇ ਨਾਲ ਬੜੇ ਪ੍ਰੇਮ ਪਿਆਰ ਤੇ ਬੜਾ ਘੁਲ ਮਿਲ ਕੇ ਰਹਿੰਦਾ ਸੀ। ਅਸਲ ਵਿੱਚ ਉਹ ਇੱਕ ਕੁੱਤਾ ਨਹੀਂ ਸੀ, ਉਹ ਇੱਕ ਜਿੰਨ ਸੀ, ਜਿਹੜਾ ਉਸ ਪਰਿਵਾਰ ਦੇ ਵਿੱਚ ਕੁੱਤੇ ਦਾ ਰੂਪ ਧਾਰ ਕੇ ਰਿਹਾ ਕਰਦਾ ਸੀ। ਉਹ ਜਿੰਨ ਨੁਕਸਾਨ ਪਹੁੰਚਾਣੇ ਵਾਲਾ ਸ਼ੈਤਾਨ ਜਿੰਨ ਨਹੀਂ ਸੀ, ਉਹ ਇਨਸਾਨੀਅਤ ਦੇ ਨਾਲ ਪਿਆਰ ਕਰਨੇ ਵਾਲਾ, ਪ੍ਰੇਮ ਮੁਹੱਬਤ ਦੇ ਨਾਲ ਰਹਿਣ ਵਾਲਾ ਜਿੰਨ ਸੀ। ਉਸ ਸੌਦਾਗਰ ਨੇ ਮੁਲਕੇ ਸ਼ਾਮ ਦੇ ਵਿੱਚ ਇੱਕ ਕਾਲੀਨ ਦੀ ਦੁਕਾਨ ਪਾਈ ਹੋਈ ਸੀ। ਉਹ ਸਵੇਰੇ ਜਾਂਦਾ, ਆਪਣੀ ਦੁਕਾਨ ਖੋਲ੍ਹਦਾ, ਦੁਪਹਿਰ ਤੱਕ ਕਾਲੀਨ ਵੇਚਦਾ ਤੇ ਦੁਪਹਿਰ ਦੇ ਵਕਤ ਉਹ ਰੋਟੀ ਖਾਣ ਘਰੇ ਆ ਜਾਂਦਾ। ਫਿਰ ਉਹ ਥੋੜਾ ਆਰਾਮ ਕਰਕੇ ਆਪਣੀ ਦੁਕਾਨ ਤੇ ਚਲਿਆ ਜਾਂਦਾ ਤੇ ਸ਼ਾਮ ਤੱਕ ਆਪਣੀ ਦੁਕਾਨ ਤੇ ਰਹਿੰਦਾ। ਇਸੇ ਤਰ੍ਹਾਂ ਹੀ ਉਹਦੀ ਜ਼ਿੰਦਗੀ ਗੁਜ਼ਰ ਰਹੀ ਸੀ। ਹੁਣ ਉਹ ਬਿਰਧ ਹੋ ਚੁੱਕਾ ਸੀ। ਇੱਕ ਦਿਨ ਉਹ ਸ਼ਾਮ ਦੇ ਵਕਤ ਆਪਣੀ ਦੁਕਾਨ ਬੰਦ ਕਰਕੇ ਮਸਜਿਦ ਦੇ ਅੱਗਿਓਂ ਲੰਘ ਰਿਹਾ ਸੀ ਕਿ ਅਚਾਨਕ ਉਹਦੇ ਕੰਨਾਂ ਵਿੱਚ ਇੱਕ ਆਵਾਜ਼ ਪਈ ਕਿ ਐ ਮੁਸਲਮਾਨੋ, ਸਮੇਂ ਨੂੰ ਪਹਿਚਾਣੋ, ਖੁਦਾ ਨੂੰ ਪਹਿਚਾਣੋ, ਉਹੀ ਇੱਕ ਭਰੋਸੇ ਦੇ ਯੋਗ ਹੈ। ਆਪਣੇ ਗੁਨਾਹਾਂ ਨੂੰ ਪਹਿਚਾਣੋ, ਖੁਦਾ ਬੜਾ ਮਿਹਰਬਾਨ ਆ, ਉਹ ਹਰ ਸਮੇਂ ਸਾਨੂੰ ਦੇਖ ਰਿਹਾ। ਜਿੰਨੇ ਵੀ ਮਾਲਦਾਰ ਮੁਸਲਮਾਨ ਆ, ਉਹਨਾਂ ਸਾਰਿਆਂ ਤੇ ਹਜ ਕਰਨਾ ਫਰਜ਼ ਹੈ। ਆਪਣੇ ਫਰਜ਼ ਨੂੰ ਪਹਿਚਾਨੋ ਤੇ ਅੱਲਾਹ ਤਾਲਾ ਦੇ ਨਾਮ ਤੇ ਹਜ ਕਰੋ। ਜੋ ਕੋਈ ਵੀ ਅੱਲਾਹ ਤਾਲਾ ਦੇ ਨਾਮ ਤੇ ਮੱਕੇ ਦਾ ਹਜ ਕਰਨਾ ਚਾਹੁੰਦਾ, ਅੱਲਾਹ ਤਾਲਾ ਦੇ ਨਬੀ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਉਹਨਾਂ ਦੇ ਰੌਜ਼ੇ ਦੀ ਜ਼ਿਆਰਤ ਕਰਨਾ ਚਾਹੁੰਦਾ, ਤਾਂ ਅਗਲੇ ਮਹੀਨੇ ਦੀ 5 ਤਰੀਕ ਨੂੰ ਇੱਕ ਹਾਥੀਆਂ ਦਾ ਕਾਫਲਾ ਜਾ ਰਿਹਾ। ਉਹ ਸਾਡੇ ਨਾਲ ਜਾ ਸਕਦਾ ਤੇ ਅੱਲਾਹ ਤਾਲਾ ਦੇ ਨਾਮ ਤੇ ਹਜ ਕਰ ਸਕਦਾ। ਇਹ ਗੱਲਾਂ ਉਸ ਸੌਦਾਗਰ ਦੇ ਦਿਲ ਵਿੱਚ ਬੈਠ ਗਈਆਂ, ਮਨ ਵਿੱਚ ਘੁੰਮਣ ਲੱਗ ਪਈਆਂ ਕਿ ਮੇਰੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਗੁਜ਼ਰ ਗਈ, ਪਰ ਮੈਂ ਕਦੀ ਆਪਣਾ ਫਰਜ਼ ਅਦਾ ਨਹੀਂ ਕੀਤਾ, ਹਜ ਨਹੀਂ ਕੀਤਾ। ਇਸ ਵਾਰ ਤਾਂ ਮੈਂ ਹਜ ਕਰਨ ਜ਼ਰੂਰ ਜਾਵਾਂਗਾ। ਇਹ ਸੋਚਦਾ ਉਹ ਆਪਣੇ ਘਰੇ ਆ ਗਿਆ। ਘਰ ਆ ਕੇ ਉਸ ਸੌਦਾਗਰ ਨੇ ਆਪਣੀ ਖੁਆਇਸ਼ ਆਪਣੀ ਕੁੜੀਆਂ ਨੂੰ ਦੱਸੀ ਕਿ ਮੇਰੇ ਬਾਲ ਹੁਣ ਸਫੇਦ ਹੋ ਚੁੱਕੇ ਆ, ਕੀ ਪਤਾ ਮੈਂ ਇਸ ਦੁਨੀਆ ਨੂੰ ਕਦੋਂ ਛੱਡ ਕੇ ਚਲਿਆ ਜਾਵਾਂ, ਪਰ ਮੈਂ ਇਸ ਸਾਲ ਹਜ ਕਰਨਾ ਚਾਹੁੰਦਾ, ਪਰ ਜੇਕਰ ਮੈਂ ਹਜ ਤੇ ਗਿਆ ਤਾਂ ਪਿੱਛੋਂ ਮੈਨੂੰ ਤੁਹਾਡੀ ਫਿਕਰ ਸਤਾਵੇਗੀ ਕਿ ਤੁਹਾਡੀ ਦੇਖਭਾਲ ਕੌਣ ਕਰੇਗਾ। ਆਪਣੇ ਪਿਤਾ ਦੀ ਗੱਲ ਸੁਣ ਕੇ ਉਹ ਲੜਕੀਆਂ ਉਦਾਸ ਨਹੀਂ ਸਗੋਂ ਖੁਸ਼ ਹੋ ਗਈਆਂ ਤੇ ਸਭ ਤੋਂ ਵੱਡੀ ਲੜਕੀ ਨੇ ਕਿਹਾ ਕਿ ਅੱਬਾ ਜਾਨ, ਤੁਸੀਂ ਫਿਕਰ ਨਾ ਕਰੋ, ਤੁਸੀਂ ਹਜ ਤੇ ਜਾਓ, ਅੱਲਾਹ ਤਾਲਾ ਦੇ ਨਬੀ ਦੇ ਰੌਜ਼ੇ ਦੀ ਜ਼ਿਆਰਤ ਕਰੋ, ਅਸੀਂ ਆਪਣੀ ਦੇਖਭਾਲ ਆਪ ਕਰਾਂਗੀਆਂ, ਸਾਡੀ ਰਖਵਾਲੀ ਸਾਡਾ ਇਹ ਕੁੱਤਾ ਜਨਾਦਾ ਕਰੇਗਾ। ਛੋਟੀ ਲੜਕੀ ਆਇਸ਼ਾ ਨੇ ਵੀ ਆਪਣੇ ਅੱਬਾ ਜਾਨ ਨੂੰ ਹੌਸਲਾ ਦਿੱਤਾ ਤੇ ਕਿਹਾ ਤੁਸੀਂ ਹਜ ਤੇ ਜਾਓ, ਸਾਡੀ ਕੋਈ ਫਿਕਰ ਨਾ ਕਰੋ। ਆਪਣੀ ਲੜਕੀਆਂ ਦੀ ਗੱਲ ਸੁਣ ਕੇ, ਉਹਨਾਂ ਦਾ ਹੌਸਲਾ ਦੇਖ ਕੇ
ਉਹ ਸੌਦਾਗਰ ਬੜਾ ਖੁਸ਼ ਹੋਇਆ ਤੇ ਉਹਨੇ ਪੱਕਾ ਮਨ ਕਰ ਲਿਆ ਕਿ ਉਹ 5 ਤਰੀਕ ਨੂੰ ਹਾਥੀਆਂ ਦੇ ਕਾਫਲੇ ਨਾਲ ਹੱਜ ਤੇ ਜ਼ਰੂਰ ਜਾਵੇਗਾ। ਉਹਨਾਂ 7 ਭੈਣਾਂ ਨੇ ਆਪਣੇ ਅੱਬਾ ਦੇ ਲਈ ਕੁਝ ਰਾਸ਼ਨ ਪਕਾ ਕੇ ਦੇ ਦਿੱਤਾ, ਕੁਝ ਕੱਚਾ ਦੇ ਦਿੱਤਾ, ਕਿਉਂਕਿ ਉਸ ਵਕਤ ਈਰਾਨ ਤੋਂ ਮੱਕੇ ਜਾਣ ਲਈ 1 ਸਾਲ ਦਾ ਸਮਾਂ ਲੱਗ ਜਾਂਦਾ ਸੀ। ਉਸ ਸੌਦਾਗਰ ਨੇ ਵੀ 1 ਸਾਲ ਦਾ ਰਾਸ਼ਨ ਤੇ ਹੋਰ ਜਿੰਨੀਆਂ ਵੀ ਜ਼ਰੂਰਤ ਦੀਆਂ ਚੀਜ਼ਾਂ ਸੀ ਉਹ ਘਰ ਲਿਆ ਕੇ ਰੱਖ ਦਿੱਤੀਆਂ ਤੇ ਤੁਰਨ ਵੇਲੇ ਆਪਣੀਆਂ ਲੜਕੀਆਂ ਨੂੰ ਇੱਕ ਨਸੀਹਤ ਕੀਤੀ ਕਿ ਚਾਹੇ ਕੁਝ ਵੀ ਹੋ ਜਾਵੇ, ਕੋਈ ਵੀ ਆਵੇ, ਤੁਸੀਂ ਘਰ ਦਾ ਬੂਹਾ ਨਹੀਂ ਖੋਲ੍ਹਣਾ ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ। ਇਸ ਤਰ੍ਹਾਂ ਆਪਣੀਆਂ ਲੜਕੀਆਂ ਨੂੰ ਨਸੀਹਤ ਕਰਕੇ ਉਹਨਾਂ ਨੂੰ ਮਿਲ ਕੇ ਉਹ ਸੌਦਾਗਰ ਹੱਜ ਦੇ ਲਈ ਮੱਕੇ ਲਈ ਰਵਾਨਾ ਹੋ ਜਾਂਦਾ। ਸੌਦਾਗਰ ਹੱਜ ਲਈ ਚਲਿਆ ਗਿਆ ਤੇ ਲੜਕੀਆਂ ਖੁਸ਼ੀ-ਖੁਸ਼ੀ ਉਸ ਹਵੇਲੀ ਵਿੱਚ ਰਹਿਣ ਲੱਗ ਪਈਆਂ। ਜਨਾਦਾ ਉਹਨਾਂ ਦੇ ਨਾਲ ਸੀ। ਸਾਰਾ ਦਿਨ ਜਨਾਦਾ ਉਹਨਾਂ ਦੇ ਨਾਲ ਖੇਲਦਾ ਤੇ ਰਾਤ ਦੇ ਵਕਤ ਆਇਸ਼ਾ ਦੇ ਕੋਲ ਆ ਕੇ ਸੌਂ ਜਾਂਦਾ ਤੇ ਸਾਰੀ ਰਾਤ ਉਹਨਾਂ ਦੀ ਰਖਵਾਲੀ ਕਰਦਾ। ਇਸੇ ਤਰ੍ਹਾਂ ਕਈ ਹਫ਼ਤੇ, ਕਈ ਮਹੀਨੇ ਗੁਜ਼ਰ ਗਏ। ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਾ ਹੋਈ। ਇੱਕ ਦਿਨ ਅਚਾਨਕ ਹੀ ਉਸ ਹਵੇਲੀ ਦਾ ਮੁੱਖ ਦਰਵਾਜ਼ਾ ਕਿਸੇ ਨੇ ਖਟਖਟਾਇਆ ਤੇ ਬਾਹਰੋਂ ਇੱਕ ਔਰਤ ਦੀ ਆਵਾਜ਼ ਆਈ ਕਿ ਐ ਮੇਰੀ ਪਿਆਰੀ ਬੇਟੀਓ, ਬੂਹਾ ਖੋਲੋ, ਮੈਂ ਅੰਦਰ ਆਉਣਾ ਚਾਹੁੰਦੀ ਹਾਂ। ਲੜਕੀਆਂ ਨੇ ਆਵਾਜ਼ ਸੁਣੀ ਤਾਂ ਉਹ ਦਰਵਾਜ਼ੇ ਕੋਲ ਇਕੱਠੀਆਂ ਹੋ ਗਈਆਂ ਤੇ ਪੁੱਛਣ ਲੱਗੀਆਂ, ਤੁਸੀਂ ਕੌਣ ਹੋ? ਤਾਂ ਉਸ ਔਰਤ ਨੇ ਕਿਹਾ ਕਿ ਮੈਂ ਤੁਹਾਡੀ ਮਾਸੀ ਹਾਂ, ਤੁਹਾਡੀ ਮਾਂ ਦੀ ਸਕੀ ਭੈਣ। ਮੈਂ ਵਿਦੇਸ਼ ਤੋਂ ਆਈ ਹਾਂ। ਕੁੰਡਾ ਖੋਲੋ, ਬਾਹਰ ਬਹੁਤ ਧੁੱਪ ਆ, ਮੇਰੇ ਤੋਂ ਖੜ ਨਹੀਂ ਹੋ ਰਿਹਾ। ਮੈਂ ਤੁਹਾਨੂੰ ਬਾਹਰਲੇ ਮੁਲਕ ਦੀਆਂ ਤੇ ਤੁਹਾਡੀ ਅੰਮੀ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਾਵਾਂਗੀ, ਤੁਸੀਂ ਬੂਹਾ ਖੋਲੋ। ਉਸ ਔਰਤ ਦੀਆਂ ਗੱਲਾਂ ਸੁਣ ਕੇ ਵੱਡੀ ਲੜਕੀ ਕਹਿਣ ਲੱਗੀ ਕਿ ਸਾਡੀ ਤਾਂ ਕੋਈ ਮਾਸੀ, ਕੋਈ ਖਾਲਾ ਨਹੀਂ ਆ। ਸਾਡੀ ਅੰਮੀ ਜਾਨ ਤਾਂ ਅਕੇਲੀ ਲੜਕੀ ਸੀ ਤੇ ਨਾ ਹੀ ਸਾਡਾ ਕੋਈ ਮਾਮੂ ਆ। ਤੁਸੀਂ ਕੌਣ ਆ? ਚਲੇ ਜਾਓ, ਅਸੀਂ ਬੂਹਾ ਨਹੀਂ ਖੋਲਾਂਗੀਆਂ। ਉਸ ਔਰਤ ਨੇ ਬੜੇ ਪ੍ਰੇਮ ਪਿਆਰ ਦੇ ਨਾਲ ਲੜਕੀਆਂ ਨੂੰ ਫਸਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਬੂਹਾ ਨਾ ਖੋਲ੍ਹਿਆ। ਉਧਰੋਂ ਜਨਾਦਾ ਵੀ ਉੱਚੀ-ਉੱਚੀ ਭੌਂਕਣ ਲੱਗ ਪਿਆ। ਇੰਜ ਲੱਗਦਾ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਐ ਮੇਰੀ ਪਿਆਰੀ ਬੇਟੀਓ, ਤੁਸੀਂ ਫਿਕਰ ਨਾ ਕਰੋ। ਅਗਰ ਕਿਸੇ ਨੇ ਤੁਹਾਨੂੰ ਕੋਈ ਨੁਕਸਾਨ ਪਹੁੰਚਾਇਆ ਤਾਂ ਮੈਂ ਉਹਦੀਆਂ ਬੋਟੀਆਂ ਕਰ ਦਵਾਂਗਾ। ਫਿਰ ਉਹ ਕੁੱਤਾ ਬੂਹੇ ਵੱਲੋਂ ਰੁੱਖ ਕਰਕੇ ਉੱਚੀ-ਉੱਚੀ ਭੌਂਕਣ ਲੱਗ ਪਿਆ। ਬਾਹਰ ਖੜੀ ਔਰਤ ਨੇ ਜਦੋਂ ਦੇਖਿਆ ਕਿ ਇਹ ਬੂਹਾ ਨਹੀਂ ਖੋਲ੍ਹਣਗੀਆਂ ਤਾਂ ਉਹ ਕਹਿਣ ਲੱਗੀ, ਤੁਸੀਂ ਕਿੰਨੀਆਂ ਬੁਰੀਆਂ ਹੋ, ਆਪਣੀ ਮਾਸੀ ਲਈ ਬੂਹਾ ਨਹੀਂ ਖੋਲ੍ਹਿਆ। ਇਸ ਕੁੱਤੇ ਤੋਂ ਕਿੰਨੀ ਭੈੜੀ ਬਦਬੂ ਆ ਰਹੀ ਆ। ਉਹ ਕੁੱਤਾ ਜਿਹੜਾ ਕਿ ਜਿੰਨ ਸੀ ਉਹ ਵੀ ਪਹਿਚਾਣ ਗਿਆ ਸੀ ਕਿ ਬਾਹਰ ਕੋਈ ਔਰਤ ਨਹੀਂ, ਇੱਕ ਡਾਇਣ ਆ ਜਿਹੜੀ ਉਹਨਾਂ ਲੜਕੀਆਂ ਨੂੰ ਖਾਣ ਆਈ ਸੀ। ਤੇ ਉਹ ਡਾਇਣ ਵੀ ਪਹਿਚਾਣ ਗਈ ਸੀ ਕਿ ਜਿਹੜਾ ਅੰਦਰ ਕੁੱਤਾ ਆ ਉਹ ਇੱਕ ਕੁੱਤਾ ਨਹੀਂ, ਜਿੰਨ ਆ, ਜਿਹਦੇ ਹੁੰਦੇ ਹੋਏ ਮੈਂ ਇਹਨਾਂ ਲੜਕੀਆਂ ਨੂੰ ਨਹੀਂ ਖਾ ਸਕਦੀ। ਕੁੱਤੇ ਨੇ ਭੌਂਕ ਕੇ ਉਸ ਡਾਇਣ ਨੂੰ ਬਾਹਰੋਂ ਹੀ ਭਜਾ ਦਿੱਤਾ। ਉਸ ਵੇਲੇ ਤਾਂ ਉਹ ਡਾਇਣ ਚਲੀ ਗਈ। ਸ਼ਾਮ ਦੇ ਵਕਤ ਉਹ ਫਿਰ ਆ ਗਈ ਤੇ ਆ ਕੇ ਘਰ ਦੇ ਇਰਦ ਗਿਰਦ ਮੰਡਰਾਉਣ ਲੱਗ ਪਈ। ਰਾਤ ਦੇ ਵਕਤ ਉਹ ਆਪਣੇ ਅਸਲੀ ਰੂਪ ਵਿੱਚ ਸੀ। ਉਹਦੇ ਲੰਬੇ ਦੰਦ, ਲੰਬੇ ਨੌਂ, ਖਿਲਰੇ ਹੋਏ ਵਾਲ ਤੇ ਉੱਚੀ ਚੀਕ ਰਹੀ ਸੀ। ਇੱਦਾਂ ਕਹਿ ਰਹੀ ਸੀ ਕਿ ਇਸ ਘਰ ਦੇ ਵਿੱਚ 7 ਛੋਟੀਆਂ ਬੱਚੀਆਂ ਆ ਜਿਨ੍ਹਾਂ ਨੂੰ ਮੈਂ ਕੱਲ ਖਾ ਜਾਵਾਂਗੀ। ਅੰਦਰੋਂ ਉਹ ਕੁੱਤਾ ਵੀ ਭੌਂਕਦਾ ਰਿਹਾ ਤੇ ਇੰਜ ਕਹਿ ਰਿਹਾ ਸੀ ਕਿ ਮੈਂ ਵੀ ਜਨਾਦਾ ਹਾਂ, ਤੈਨੂੰ ਇੱਕ ਵੀ ਬੱਚੀ ਨੂੰ ਹੱਥ ਨਹੀਂ ਲਾਉਣ ਦਵਾਂਗਾ। ਅਗਲੀ ਸਵੇਰ ਉਹ ਡੈਣ ਫਿਰ ਬੂਹੇ ਤੇ ਗਈ ਤੇ ਜਾ ਕੇ ਕਹਿਣ ਲੱਗੀ, ਐ ਮੇਰੀ ਪਿਆਰੀ ਭਾਣਜੀਓ, ਦਰਵਾਜ਼ਾ ਖੋਲੋ, ਮੈਂ ਤੁਹਾਡੀ ਮਾਂ ਦੀ ਸਕੀ ਭੈਣ ਹਾਂ। ਮੈਂ ਤੁਹਾਨੂੰ ਪਿਆਰ ਕਰਨਾ ਚਾਹੁੰਦੀ ਹਾਂ। ਤੁਹਾਨੂੰ ਬਾਹਰਲੇ ਮੁਲਕ ਦੇ ਖਿਡੌਣੇ ਤੇ ਹੋਰ ਬਹੁਤ ਸਾਰੇ ਤੁਹਾਨੂੰ ਮੈਂ ਗਿਫਟ ਦੇਣਾ ਚਾਹੁੰਦੀ ਹਾਂ। ਇਹ ਗੱਲ ਸੁਣ ਕੇ ਛੋਟੀਆਂ 7 ਭੈਣਾਂ ਬੂਹਾ ਖੋਲ੍ਹਣ ਲਈ ਦਰਵਾਜ਼ੇ ਵੱਲੋਂ ਭੱਜੀਆਂ, ਪਰ ਵੱਡੀ ਭੈਣ ਨੇ ਕਿਹਾ, ਨਹੀਂ, ਬੂਹਾ ਨਾ ਖੋਲ੍ਹਿਓ, ਸਾਨੂੰ ਸਾਡੇ ਅੱਬਾ ਜਾਨ ਨੇ ਬੂਹਾ ਖੋਲ੍ਹਣ ਤੋਂ ਸਖਤ ਮਨਾ ਕੀਤਾ ਹੋਇਆ, ਇਸ ਕਰਕੇ ਆਪਾਂ ਬੂਹਾ ਨਹੀਂ ਖੋਲ੍ਹਣਾ। 6 ਭੈਣਾਂ ਨੇ
ਬੂਹਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਵੱਡੀ ਭੈਣ ਨੇ ਰੋਕ ਲਿਆ। 6 ਜਾਣੀਆਂ ਨੇ ਗੁੱਸੇ ਵਿੱਚ ਉਹਨੂੰ ਧੱਕੇ ਮਾਰ ਕੇ ਉਹਦੇ ਚਪੇੜਾ ਮਾਰ ਕੇ ਉਹਨੂੰ ਪਰੇ ਕਰ ਦਿੱਤਾ ਤੇ ਕਹਿਣ ਲੱਗੀਆਂ, ਸਾਡੀ ਖਾਲਾ ਆਈ ਹੋਵੇ, ਉਹ ਸਾਡੇ ਲਈ ਤੋਹਫੇ ਲੈ ਕੇ ਆਈ ਹੋਵੇ ਤੇ ਅਸੀਂ ਬੂਹਾ ਨਾ ਖੋਲੀਏ, ਇਦਾਂ ਕਿੱਦਾਂ ਹੋ ਸਕਦਾ ਆ। ਉਸ ਭੈਣ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹਨਾਂ 6 ਦੇ ਅੱਗੇ ਉਹਦੀ ਕੋਈ ਪੇਸ਼ ਨਾ ਗਈ ਤੇ 6 ਭੈਣਾਂ ਨੇ ਉਸ ਬੂਹੇ ਦੀ ਚੌਖਟ ਨੂੰ ਖੋਲ ਦਿੱਤਾ। 6 ਭੈਣਾਂ ਨੇ ਬੂਹਾ ਖੋਲ ਦਿੱਤਾ। ਅੱਗੇ ਜਨਾਦਾ ਖੜਾ ਸੀ ਜਿਹੜਾ ਉਸ ਚੁੜੇਲ ਨੂੰ ਦੇਖ ਕੇ ਉੱਚੀ ਉੱਚੀ ਭੌਂਕ ਰਿਹਾ ਸੀ। ਚੁੜੇਲ ਨੇ ਉਹਨਾਂ ਭੈਣਾਂ ਨੂੰ ਕਿਹਾ ਕਿ ਐ ਮੇਰੀ ਪਿਆਰੀ ਭਾਣਜੀਓ, ਜਦੋਂ ਤੱਕ ਇਹ ਕੁੱਤਾ ਘਰ ਵਿੱਚ ਆ ਇਹਦੀ ਬਦਬੂ ਮੈਨੂੰ ਆਉਂਦੀ ਰਹੇਗੀ, ਉਦੋਂ ਤੱਕ ਮੈਂ ਘਰ ਵਿੱਚ ਨਹੀਂ ਆਵਾਂਗੀ। ਜਦੋਂ ਤੱਕ ਮੈਂ ਇਹਨੂੰ ਮਾਰ ਨਹੀਂ ਦਿੰਦੀ ਉਦੋਂ ਤੱਕ ਮੈਂ ਇਸ ਘਰ ਵਿੱਚ ਪੈਰ ਨਹੀਂ ਪਾਵਾਂਗੀ। ਉਸ ਚੁੜੇਲ ਦੀਆਂ ਗੱਲਾਂ ਸੁਣ ਕੇ 6 ਭੈਣਾਂ ਨੇ ਗਲਾ ਘੁੱਟ ਕੇ ਉਸ ਕੁੱਤੇ ਨੂੰ ਮਾਰ ਦਿੱਤਾ। ਵਿਚਾਰੀ ਆਇਸ਼ਾ ਕੀ ਕਰਦੀ, ਉਹ ਗਰੀਬ ਕੁਝ ਨਹੀਂ ਸੀ ਕਰ ਸਕਦੀ। ਉਹ ਕੁੱਤੇ ਦੀ ਲਾਸ਼ ਕੋਲ ਬੈਠ ਕੇ ਉੱਚੀ ਉੱਚੀ ਰੋਣ ਲੱਗ ਪਈ। ਜਿੱਦਾਂ ਹੀ ਉਸ ਚੁੜੇਲ ਨੇ ਘਰ ਦੇ ਅੰਦਰ ਪੈਰ ਰੱਖਣ ਦੀ ਕੋਸ਼ਿਸ਼ ਕੀਤੀ, ਉਸ ਮੁਰਦਾ ਕੁੱਤਾ ਦੇ ਵਿੱਚੋਂ ਫਿਰ ਭੌਂਕਣ ਦੀ ਆਵਾਜ਼ ਆਉਣ ਲੱਗ ਪਈ। ਉਹ ਚੁੜੇਲ ਉੱਥੇ ਹੀ ਰੁਕ ਗਈ। ਉਹ ਚੁੜੇਲ ਕਹਿਣ ਲੱਗੀ, ਤੌਬਾ ਤੌਬਾ, ਮਰੇ ਹੋਏ ਕੁੱਤੇ ਤੋਂ ਕਿੰਨੀ ਭੈੜੀ ਬਦਬੂ ਆ ਰਹੀ ਆ, ਇਹਨੂੰ ਪਹਿਲਾਂ ਘਰੋਂ ਬਾਹਰ ਰੱਖ ਕੇ ਜਲਾ ਦਿਓ ਤਾਂ ਹੀ ਮੈਂ ਘਰ ਵਿੱਚ ਆਵਾਂਗੀ। 6 ਭੈਣਾਂ ਨੇ ਉਸ ਕੁੱਤੇ ਦੀ ਲਾਸ਼ ਨੂੰ ਚੱਕਿਆ ਤੇ ਘਰੋਂ ਬਾਹਰ ਰੱਖ ਕੇ ਉਹਨੂੰ ਅੱਗ ਲਾ ਦਿੱਤੀ। ਜਦੋਂ ਉਸ ਕੁੱਤੇ ਦੀ ਅੱਗ ਚੰਗੀ ਤਰ੍ਹਾਂ ਠੰਡੀ ਹੋ ਗਈ ਤਾਂ ਆਇਸ਼ਾ ਨੇ ਇੱਕ ਰੁਮਾਲ ਦੇ ਵਿੱਚ ਉਸ ਕੁੱਤੇ ਦੀ ਰਾਖ ਨੂੰ ਬੰਨ੍ਹ ਲਿਆ ਤੇ ਆਪਣੇ ਕੋਲ ਰੱਖ ਕੇ ਉਸ ਕੁੱਤੇ ਨੂੰ ਯਾਦ ਕਰਕੇ ਰੋਣ ਲੱਗ ਪਈ। ਉਹਨਾਂ 6 ਭੈਣਾਂ ਨੇ ਉਸ ਚੁੜੇਲ ਦੇ ਲਈ, ਜਿਹੜੀ ਕਿ ਉਹਨਾਂ ਦੀ ਖਾਲਾ ਬਣ ਕੇ ਆਈ ਹੋਈ ਸੀ, ਉਹਨੂੰ ਭਾਂਤ ਭਾਂਤ ਦੇ ਖਾਣੇ ਖਿਲਾਏ। ਉਹਨਾਂ ਦੇ ਨਾਲ ਸਾਰਾ ਦਿਨ ਖੇਲਦੀਆਂ ਰਹੀਆਂ ਜਿਵੇਂ ਕਿ ਸੱਚਮੁੱਚ ਹੀ ਉਹਨਾਂ ਦੀ ਸਕੀ ਮਾਸੀ ਹੋਵੇ। ਰਾਤ ਦੇ ਵਕਤ ਜਦੋਂ ਰਾਤ ਦਾ ਅੱਧਾ ਪਹਿਰ ਹੋਇਆ ਤਾਂ ਉਹ ਚੁੜੇਲ ਆਪਣੇ ਅਸਲੀ ਰੂਪ ਵਿੱਚ ਆ ਗਈ ਤੇ ਤਿੱਖੇ ਤਿੱਖੇ ਦੰਦ ਬਾਹਰ ਆ ਗਏ, ਉਹਦੇ ਤਿੱਖੇ ਤਿੱਖੇ ਨੌਂ ਵੀ ਬਾਹਰ ਆ ਗਏ। ਉਹਦੇ ਵਾਲ ਸੱਪਾਂ ਦੀ ਤਰ੍ਹਾਂ ਫੁੰਕਾਰਨੇ ਲੱਗੇ ਅਤੇ ਉਹਦੇ ਜਿਸਮ ਵਿੱਚੋਂ ਅੱਗ ਦੇ ਚਿੰਗਾਰੇ ਨਿਕਲਣ ਲੱਗ ਪਏ। ਉਹ ਚੁੜੇਲ ਆਪਣੇ ਅਸਲੀ ਰੂਪ ਵਿੱਚ ਆ ਕੇ ਕਹਿਣ ਲੱਗੀ ਕਿ ਇਸ ਘਰ ਦੇ ਵਿੱਚ 6 ਛੋਟੀਆਂ ਛੋਟੀਆਂ ਬੱਚੀਆਂ ਜਿਨ੍ਹਾਂ ਨੂੰ ਅੱਜ ਮੈਂ ਬੜੇ ਮਜ਼ੇ ਦੇ ਨਾਲ ਖਾਵਾਂਗੀ। ਆਇਸ਼ਾ ਨੂੰ ਪਹਿਲਾਂ ਹੀ ਉੱਤੇ ਸ਼ੱਕ ਸੀ। ਉਹ ਪਹਿਲਾਂ ਹੀ ਇੱਕ ਬਿਸਤਰੇ ਦੇ ਵਿੱਚ ਲੁਕ ਗਈ। ਉਧਰੋਂ ਉਸ ਚੁੜੇਲ ਨੇ ਵੱਡੀ ਲੜਕੀ ਨੂੰ ਫੜਿਆ ਤੇ ਪੁੱਛਿਆ, ਐ ਮੇਰੇ ਪਿਆਰੇ ਚੂਜੇ, ਦੱਸ ਤੈਨੂੰ ਮੈਂ ਕਿੱਧਰੋਂ ਖਾਣਾ ਸ਼ੁਰੂ ਕਰਾਂ। ਉਹਦੀ ਗੱਲ ਸੁਣ ਕੇ ਬੜੀ ਭੈਣ ਨੇ ਕਿਹਾ ਕਿ ਮੈਨੂੰ ਸਿਰ ਵਾਲੇ ਪਾਸਿਓਂ ਖਾਣਾ ਸ਼ੁਰੂ ਕਰ, ਕਿਉਂਕਿ ਮੇਰਾ ਸਿਰ ਮੇਰੇ ਦਿਮਾਗ ਨੇ ਆਪਣੀ ਭੈਣ ਦੀ ਗੱਲ ਨਹੀਂ ਮੰਨੀ। ਉਸ ਚੁੜੇਲ ਨੇ ਬੜੇ ਮਜ਼ੇ ਲੈ ਲੈ ਕੇ ਉਸ ਲੜਕੀ ਨੂੰ ਖਾਧਾ। ਫਿਰ ਉਹਨੇ ਉਤੋਂ ਛੋਟੀ ਲੜਕੀ ਨੂੰ ਫੜਿਆ ਤੇ ਉਹਨੂੰ ਵੀ ਪੁੱਛਿਆ ਕਿ ਦੱਸ ਤੈਨੂੰ ਕਿੱਥੋਂ ਖਾਵਾਂ। ਤੇ ਉਹ ਕਹਿਣ ਲੱਗੀ, ਮੈਨੂੰ ਮੇਰੇ ਹੱਥਾਂ ਤੋਂ ਖਾਣਾ ਸ਼ੁਰੂ ਕਰ, ਕਿਉਂਕਿ ਇਹਨਾਂ ਹੱਥਾਂ ਨਾਲ ਹੀ ਮੈਂ ਆਪਣੀ ਭੈਣ ਨੂੰ ਮਾਰਿਆ ਸੀ। ਤੇ ਉਸ ਚੁੜੇਲ ਨੇ ਉਸ ਲੜਕੀ ਨੂੰ ਹੱਥਾਂ ਤੋਂ ਖਾਣਾ ਸ਼ੁਰੂ ਕੀਤਾ ਤੇ ਉਹਨੂੰ ਵੀ ਪੂਰਾ ਹੀ ਖਾ ਗਈ। ਫਿਰ ਉਹਨੇ ਅਗਲੀ ਭੈਣ ਨੂੰ ਫੜਿਆ ਤੇ ਉਹਨੂੰ ਵੀ ਪੁੱਛਿਆ। ਉਹ ਕਹਿਣ ਲੱਗੀ, ਮੈਨੂੰ ਮੇਰੇ ਪੈਰਾਂ ਤੋਂ ਖਾਣਾ ਸ਼ੁਰੂ ਕਰ, ਕਿਉਂਕਿ ਮੇਰੀਆਂ ਇਹਨਾਂ ਕਮਬਖਤ ਲੱਤਾਂ ਨੇ ਹੀ ਮੇਰੀ ਭੈਣ ਨੂੰ ਮਾਰਿਆ ਸੀ। ਤੇ ਚੁੜੇਲ ਉਹਨੂੰ ਲੱਤਾਂ ਤੋਂ ਖਾਂਦੀ ਹੋਈ ਉਹਦੀਆਂ ਵੀ ਸਾਰੀਆਂ ਹੱਡੀਆਂ ਚਬਾ ਗਈ। ਇੱਕ ਇੱਕ ਕਰਕੇ ਉਹਨੇ ਸਾਰੀਆਂ ਭੈਣਾਂ ਨੂੰ ਖਾ ਲਿਆ। 5ਵੀਂ ਭੈਣ ਨੂੰ ਵੀ ਉਹਨੇ ਪੁੱਛਿਆ ਤੇ ਉਹ ਕਹਿਣ ਲੱਗੀ, ਮੈਨੂੰ ਮੇਰੇ ਮੂੰਹ ਤੋਂ ਖਾਣਾ ਸ਼ੁਰੂ ਕਰ, ਕਿਉਂਕਿ ਜਦੋਂ ਮੇਰੀ ਭੈਣ ਮੈਨੂੰ ਰੋਕ ਰਹੀ ਸੀ ਤਾਂ ਮੈਂ ਇਸੇ ਮੂੰਹ ਦੇ ਨਾਲ ਹੀ ਉਹਨੂੰ ਬੁਰਾ ਭਲਾ ਕਿਹਾ ਸੀ। ਉਸ ਚੁੜੇਲ ਨੇ 5ਵੀਂ ਭੈਣ ਨੂੰ ਵੀ ਮੂੰਹ ਤੋਂ ਖਾਣਾ ਸ਼ੁਰੂ ਕੀਤਾ ਤੇ ਉਹਦੀਆਂ ਸਾਰੀਆਂ ਹੱਡੀਆਂ ਚਬਾ ਗਈ। ਫਿਰ ਉਹਨੇ 6ਵੀਂ ਭੈਣ ਨੂੰ ਪੁੱਛਿਆ ਤੇ ਉਹ ਕਹਿਣ ਲੱਗੀ, ਮੈਨੂੰ ਮੇਰੀਆਂ ਅੱਖਾਂ ਤੋਂ ਖਾਣਾ ਸ਼ੁਰੂ ਕਰ, ਕਿਉਂਕਿ ਇਹ ਨਹੀਂ ਦੇਖ ਸਕੀਆਂ ਕਿ ਉਹਨਾਂ ਦੀ ਭੈਣ ਆਇਸ਼ਾ ਉਹਨਾਂ ਨੂੰ ਦਰਵਾਜ਼ਾ ਖੋਲ੍ਹਣ ਤੋਂ ਕਿਉਂ ਰੋਕ ਰਹੀ ਆ। ਇਸ ਤਰ੍ਹਾਂ ਚੁੜੇਲ ਨੇ ਉਹਨਾਂ 6 ਭੈਣਾਂ ਨੂੰ ਇੱਕ ਪਲ ਵਿੱਚ ਹੀ ਚੱਟ ਕਰ ਦਿੱਤਾ। 6 ਭੈਣਾਂ ਨੂੰ ਖਾਣ ਤੋਂ ਬਾਅਦ ਉਹ ਚੁੜੇਲ ਫਿਰ 7ਵੀਂ ਨੂੰ ਲੱਭਣ ਲੱਗ ਪਈ। ਉਹਨੇ ਹਰ ਕਮਰੇ ਵਿੱਚ ਲੱਭਿਆ, ਉਹਨੂੰ ਨਾ ਲੱਭੀ। ਅਖੀਰ ਉਹਨੂੰ ਪਤਾ ਹੀ ਲੱਗ ਗਿਆ
ਕਿ ਆਇਸ਼ਾ ਇੱਕ ਬਿਸਤਰੇ ਵਿੱਚ ਲੁਕੀ ਹੋਈ ਆ। ਅਖੀਰ ਉਹਨੇ ਸੱਤਵੀਂ ਭੈਣ ਆਇਸ਼ਾ ਨੂੰ ਵੀ ਫੜ ਹੀ ਲਿਆ ਤੇ ਉਹਨੂੰ ਕਹਿਣ ਲੱਗੀ, ਦੱਸ ਤੈਨੂੰ ਕਿੱਥੋਂ ਖਾਣਾ ਸ਼ੁਰੂ ਕਰਾਂ। ਜਿੱਦਾਂ ਹੀ ਆਇਸ਼ਾ ਨੇ ਕੁਝ ਕਹਿਣਾ ਚਾਹਿਆ, ਕਹਿਣ ਤੋਂ ਪਹਿਲਾਂ ਹੀ ਉਹਨੇ ਉਹ ਕੁੱਤੇ ਦੀ ਰਾਖ ਵਾਲੀ ਪੋਟਲੀ ਉਸ ਚੁੜੇਲ ਦੇ ਮੂੰਹ ਤੇ ਮਾਰੀ ਤੇ ਇੰਜ ਲੱਗਦਾ ਸੀ ਜਿਵੇਂ ਕਿ ਉਸ ਰਾਖ ਦਾ ਕਣ ਕਣ ਜਨਾਦਾ ਬਣ ਗਿਆ ਹੋਵੇ ਤੇ ਭੌਂਕ ਭੌਂਕ ਕੇ ਕਹਿ ਰਿਹਾ ਹੋਵੇ, ਮੈਂ ਜਨਾਦਾ ਹਾਂ, ਇਹਨਾਂ ਲੜਕੀਆਂ ਦਾ ਰਖਵਾਲਾ। ਜੋ ਕੋਈ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਵੇਗਾ ਮੈਂ ਉਹਦੀ ਬੋਟੀ ਬੋਟੀ ਕਰ ਦੇਵਾਂਗਾ। ਇਹ ਦੇਖ ਕੇ ਉਹ ਚੁੜੇਲ ਘਬਰਾ ਗਈ, ਚੀਕਾਂ ਮਾਰਨ ਲੱਗ ਪਈ ਤੇ ਦੌੜਦੀ ਹੋਈ ਦਰਵਾਜ਼ੇ ਵੱਲ ਨੂੰ ਭੱਜੀ। ਉਹ ਚੁੜੇਲ ਚੀਕਾਂ ਮਾਰ ਰਹੀ ਆ ਤੇ ਕਹਿ ਰਹੀ ਏ ਕੁੱਤਾ, ਇਹ ਜਿੰਨ ਮੈਨੂੰ ਮਾਰ ਦੇਵੇਗਾ, ਮੈਨੂੰ ਬਚਾਓ। ਹੌਲੀ ਹੌਲੀ ਉਸ ਚੁੜੇਲ ਦੇ ਜਿਸਮ ਨੂੰ ਅੱਗ ਲੱਗ ਗਈ ਤੇ ਉਹ ਉੱਥੇ ਹੀ ਜਲ ਕੇ ਤੜਫ ਤੜਫ ਕੇ ਮਰ ਗਈ। ਚੁੜੇਲ ਦੇ ਮਰ ਜਾਣ ਤੋਂ ਬਾਅਦ ਫਿਰ ਉਸ ਆਇਸ਼ਾ ਨੇ ਉਹ ਦਰਵਾਜ਼ਾ ਬੰਦ ਕਰ ਲਿਆ ਤੇ ਉਦਣ ਹੀ ਖੋਲਿਆ ਜਿੱਦਣ ਉਹਦੇ ਅੱਬਾ ਹੱਜ ਤੋਂ ਵਾਪਸ ਆਏ। ਸੋ ਇਸ ਕਹਾਣੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆ ਕਿ ਸਾਨੂੰ ਆਪਣੇ ਵੱਡਿਆਂ ਦੀ ਗੱਲ ਮੰਨਣੀ ਚਾਹੀਦੀ ਆ, ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਉਹ ਜੋ ਕੁਝ ਵੀ ਕਹਿੰਦੇ ਆ ਸਾਡੇ ਭਲੇ ਲਈ ਹੀ ਕਹਿੰਦੇ ਆ। ਜਿਹੜਾ ਆਪਣੇ ਵੱਡੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਮੰਨਦਾ ਉਹ ਆਪਣੀ ਜ਼ਿੰਦਗੀ ਵਿੱਚ ਸਦਾ ਸੁਖੀ ਰਹਿੰਦਾ, ਉਹਨੂੰ ਕਦੇ ਕੋਈ ਦੁੱਖ ਨਹੀਂ ਆਉਂਦਾ।